थैंक यू फादर। प्रभु यीशु मसीह के पवित्र सामर्थी नाम ਦੇ ਵਿੱਚ ਆਪ ਸਭ ਨੂੰ ਜੈ ਮਸੀਹ ਦੀ। ਪਿਛਲੀ ਵਾਰ ਅਸੀਂ ਦੇਖਿਆ ਸੀ ਕਿ ਪਰਮੇਸ਼ਰ ਸ਼ਬਦ ਸਾਡੇ ਤੱਕ ਕਿੱਦਾਂ ਪਹੁੰਚਿਆ ਔਰ ਅਸੀਂ ਜੋ ਦੇਖ ਰਹੇ ਹਾਂ ਪਰਮੇਸ਼ਰ ਦੇ ਬਾਰੇ ਦੇਖ ਰਹੇ ਹਾਂ ਕਿ ਪਰਮੇਸ਼ਰ ਕੀ ਹੈ। ਸੋ ਅਸੀਂ ਦੇਖਿਆ ਸੀ ਕਿ ਪਰਮੇਸ਼ਰ ਨੂੰ ਅਸੀਂ ਜਾਣ ਨਹੀਂ ਸਕਦੇ, ਪਰ ਪਰਮੇਸ਼ਰ ਦੇ ਦਿੱਤੇ ਹੋਏ ਉਪਾਏ ਯਾਨੀ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਦੁਆਰਾ ਅਸੀਂ ਪਰਮੇਸ਼ਰ ਨੂੰ ਜਾਣ ਅਤੇ ਪਹਿਚਾਨ ਸਕਦੇ ਹਾਂ। ਸੋ ਆਓ ਅਸੀਂ ਅੱਜ ਇਸ ਵੀਡੀਓ ਨੂੰ ਅੱਗੇ ਵਧਾਉਂਦੇ ਹਾਂ। ਸੋ ਜਿਨ੍ਹਾਂ ਨੇ ਮੇਰੀ ਪਿਛਲੀ ਵੀਡੀਓ ਨਹੀਂ ਦੇਖੀ ਉਹ ਕਿਰਪਾ ਕਰਕੇ ਪਿਛਲੀ ਵੀਡੀਓ ਦੇਖ ਸਕਦੇ ਨੇ ਤਾਂ ਜੋ ਤੁਹਾਨੂੰ ਪੂਰੇ ਤਰੀਕੇ ਨਾਲ ਵੀਡੀਓ ਸਮਝ ਲੱਗੇ। ਸੋ ਆਓ ਅਸੀਂ ਦੇਖਾਂਗੇ, ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੱਦਾਂ ਕਿ ਇਹ ਪਰਮੇਸ਼ਰ ਦੇ ਨਾਮ ਨੇ। ਆਓ ਇਸ ਨੂੰ ਅਸੀਂ ਇੱਕ ਨਜ਼ਰ ਦੇਖੀਏ। ਇਲੋਹਿਮ, ਅਸੀਂ ਦੇਖਿਆ ਸੀ ਕਿ ਇਲੋਹਿਮ ਸ਼ਬਦ ਜਿਹੜਾ ਸਾਡੇ ਕੋਲ ਇਬਰਾਨੀ ਭਾਸ਼ਾ ਦੇ ਦੁਆਰਾ ਪਹੁੰਚਿਆ ਵਾ ਤੇ ਥਿਊਸ ਜਿਹੜਾ ਸ਼ਬਦ ਆ ਉਹ ਸਾਨੂੰ ਗ੍ਰੀਕ ਭਾਸ਼ਾ ਦੇ ਵਿੱਚ ਮਿਲਦਾ ਹੈ। ਗॉड ਅਤੇ ਲਾਰਡ ਸਾਨੂੰ ਇਹ ਇੰਗਲਿਸ਼ ਵਿੱਚ ਸਾਨੂੰ ਮਿਲਦਾ ਹੈ। ਪਰਮੇਸ਼ਰ, ਪਰਮਾਤਮਾ, ਪ੍ਰਭੂ, ਭਗਵਾਨ, ਈਸ਼ਵਰ ਤੇ ਆਦਿ, ਇਹ ਸਾਰੇ ਜਿਹੜੇ ਸ਼ਬਦ ਅਸੀਂ ਦੇਖ ਰਹੇ ਹਾਂ ਇਹ ਪਰਮੇਸ਼ਰ ਦਾ ਨਾਮ ਨਹੀਂ ਹੈ, ਬਲਕਿ ਇਹ ਪਹਿਚਾਨ ਕਰਾ ਰਹੇ ਆ, ਇਹ ਇਸ਼ਾਰਾ ਕਰ ਰਹੇ ਆ ਕਿ ਜਿਸ ਸ਼ਖਸੀਅਤ ਦੀ, ਜਿਸ ਪਰਸਨੈਲਿਟੀ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਦੇ ਬਾਰੇ। ਸੋ ਆਓ ਅਸੀਂ ਇਸ ਨੂੰ ਅੱਗੇ ਵਧਾਉਂਦੇ ਹਾਂ। ਹੁਣ ਤੁਸੀਂ ਸਕਰੀਨ ਤੇ ਦੇਖ ਰਹੇ ਹੋਵੋਗੇ ਕੁਝ ਪਿਕਚਰ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ। ਇਹ ਸੱਚਾਈ ਹੈ ਕਿ ਇਨਸਾਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਇੱਕ ਸੱਚਾਈ ਤੁਸੀਂ ਜਾਣਦੇ ਹੋ। ਇਹ ਮੈਂ ਕਿਉਂ ਐਡ ਕੀਤੀ ਹੈ ਉਸ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਿਉਂਕਿ ਪਰਮੇਸ਼ਰ ਸ਼ਬਦ ਨੂੰ ਅਤੇ ਪਰਮੇਸ਼ਰ ਨੂੰ ਸਮਝਣ ਦੇ ਲਈ ਮੈਂ ਜ਼ਰੂਰੀ ਸਮਝਿਆ ਕਿ ਇਸ ਨੂੰ ਐਂਟਰ ਕਰਾਂ ਤਾਂ ਜੋ ਤੁਸੀਂ ਔਰ ਮੈਂ ਬੜੇ ਸਧਾਰਨ ਤਰੀਕੇ ਨਾਲ ਇਸ ਨੂੰ ਸਮਝ ਸਕੀਏ ਕਿ ਪਰਮੇਸ਼ਰ ਕੀ ਹੈ। ਸੋ ਆਓ ਅਸੀਂ ਦੇਖਾਂਗੇ ਇਹ ਸਾਰੇ ਇੱਕ ਨੇ। ਇਸ ਫੋਟੋ ਵਿੱਚ ਅਸੀਂ ਕੀ ਵੇਖਿਆ, ਕੀ ਸਿੱਖਦੇ ਹਾਂ? ਇਹਨਾਂ ਸਾਰਿਆਂ ਨੂੰ ਹਿਊਮਨ ਬੀਇੰਗਸ ਕਹਿੰਦੇ ਨੇ। ਪੰਜਾਬੀ ਵਿੱਚ ਇਨਸਾਨ, ਆਦਮ, ਮਨੁੱਖ ਅਤੇ ਮਾਨਵ। ਜਦੋਂ ਅਸੀਂ ਇਹ ਸ਼ਬਦਾਂ ਦਾ ਪ੍ਰਯੋਗ ਕਰਦੇ ਹਾਂ ਤੇ ਸਾਡੇ ਕਹਿਣ ਦਾ ਵਿਚਾਰ ਹੁੰਦਾ ਵਾ ਹਰ ਇੱਕ ਦੇ ਲਈ, ਚਾਹੇ ਉਹ ਬੱਚਾ ਵਾ, ਚਾਹੇ ਉਹ ਬਜ਼ੁਰਗ ਆ, ਚਾਹੇ ਉਹ ਜਵਾਨ ਆ, ਚਾਹੇ ਉਹ ਮੇਲ ਆ, ਚਾਹੇ ਉਹ ਫੀਮੇਲ ਆ। ਪਰੰਤੂ ਜਦ ਅਸੀਂ ਇਹਨਾਂ ਦੀ ਪਹਿਚਾਨ ਕਰਨੀ ਹੁੰਦੀ ਹੈ ਤੇ ਸਾਨੂੰ ਕੀ ਕਹਿਣਾ ਪੈਂਦਾ ਵਾ? ਆਦਮੀ। ਆਦਮੀ ਸਿੱਧਾ ਇੰਡੀਕੇਟ ਕਰਦਾ ਪਿਆ ਕਿ ਇੱਕ ਵਿਅਕਤੀ, ਇੱਕ ਪੁਰਸ਼ ਦੇ ਬਾਰੇ ਗੱਲ ਕਰ ਰਿਹਾ ਵਾ, ਇੱਕ ਮਨੁੱਖ ਦੇ ਬਾਰੇ, ਯਾਨੀ ਕਿ ਇੱਕ ਜੈਂਡਰ ਦੇ ਬਾਰੇ ਗੱਲ ਕਰ ਰਿਹਾ ਕਿ ਉਹ ਜੈਂਡਰ ਮੇਲ ਆ। ਤੇ ਇਸੇ ਤਰ੍ਹਾਂ ਪੁਰਸ਼, ਮਰਦ, ਨਰ ਅਤੇ ਬੰਦਾ। ਮੈਂ ਇੰਨੇ ਸਾਰੇ ਨਾਮ ਇਸ ਲਈ ਲਿਖਿਆ ਕਿ ਤੁਸੀਂ ਬਹੁਤ ਸਧਾਰਨ ਤਰੀਕੇ ਨਾਲ ਸਮਝ ਸਕੋ ਕਿ ਅਸੀਂ ਪਰਮੇਸ਼ਰ ਨੂੰ ਕਿੱਦਾਂ, ਮੈਂ ਕਿਉਂ ਕਿਹਾ ਕਿ ਇਹ ਸਭ ਜਿਹੜੇ ਅਸੀਂ ਪਹਿਲੇ ਸਕਰੀਨ ਤੇ ਦੇਖੇ ਸੀ ਕਿ ਪਰਮੇਸ਼ਰ ਦੇ ਨਾਮ ਨਹੀਂ ਹੈਗੇ, ਇਸ ਲਈ ਕਿਉਂਕਿ ਤੁਸੀਂ ਅਗਲੀ ਹਿੱਸਿਆਂ ਨੂੰ ਵੀ ਸਮਝ ਸਕੋ ਵੀਡੀਓ ਦੇ। ਸੋ ਆਓ ਅਸੀਂ ਅੱਗੇ ਹੁਣ ਵੱਧਦੇ ਹਾਂ। ਠੀਕ ਹੈ, ਪਰਮੇਸ਼ਰ ਦੇ ਪਵਿੱਤਰ ਅਤੇ ਸਾਮਰਥੀ ਗੱਲਾਂ ਨੂੰ ਸਮਝਣ ਅਤੇ ਉਸ ਪਰਮੇਸ਼ਰ ਨੂੰ ਸਮਝਣ ਲਈ ਜਿਸ ਨੇ ਸਭ ਕੁਝ ਬਣਾਇਆ ਹੈ, ਮੈਂ 5 ਪ੍ਰਸ਼ਨਾਂ ਦੇ ਦੁਆਰਾ ਇਸ ਨੂੰ ਆਪਾਂ ਸਮਝਾਂਗੇ। 5 ਪਰਮੇਸ਼ਰ ਪ੍ਰਭੂ ਨੇ ਮੈਨੂੰ ਬਖਸ਼ੇ ਨੇ ਜਿਹੜੇ ਸਾਰੀ ਦੁਨੀਆ ਵਿੱਚ ਮਸ਼ਹੂਰ ਨੇ। ਮੈਂ ਇਸ ਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਲੱਭ ਕੇ ਖੋਜ ਕਰਕੇ ਤੁਹਾਡੇ ਰੂਬਰੂ ਲੈ ਕੇ ਆ ਰਿਹਾ ਹਾਂ। ਸੋ ਇਹਨਾਂ ਵਿੱਚ ਅੱਜ ਅਸੀਂ ਸਿਰਫ 2 ਪ੍ਰਸ਼ਨਾਂ ਦਾ ਉੱਤਰ ਦੇਖਾਂਗੇ, ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਦੇਖਾਂਗੇ। ਸੋ ਆਓ ਅਸੀਂ ਦੇਖਦੇ ਹਾਂ। ਸਕਰੀਨ ਵਿੱਚ ਲਿਖਿਆ ਪਰਮੇਸ਼ਰ ਕੀ ਹੈ। ਮੇਰੇ ਭੈਣੋ ਭਰਾਵੋ, ਜਦੋਂ ਕੀ ਸ਼ਬਦ ਇਸਤੇਮਾਲ ਹੁੰਦਾ ਵਾ, ਇੱਥੇ ਲਿਖਿਆ ਹੋਇਆ ਕੀ ਸ਼ਬਦ ਪਹਿਚਾਨ ਨਾਲ ਸੰਬੰਧਿਤ ਹੈ। ਫਰਜ਼ ਕਰੋ ਜਦ ਅਸੀਂ, ਜੇ ਸਾਡੇ ਕੋਲ ਮੰਨ ਲਓ ਇਹ ਸਕਰੀਨ ਹੈ, ਇਹ ਟੀਵੀ ਹੈ, ਸਾਰਿਆਂ ਨੂੰ ਪਤਾ, ਜਦੋਂ ਅਸੀਂ ਕਹਾਂਗੇ ਕੀ ਹੈ ਤੇ ਸਭ ਉੱਤਰ ਦੇਣਗੇ ਇਹ ਟੀਵੀ ਹੈ, ਕਿਉਂਕਿ ਸਾਨੂੰ ਇਸ ਬਾਰੇ ਜਾਣਕਾਰੀ ਹੈ। ਪਰੰਤੂ ਪਰਮੇਸ਼ਰ ਦੇ ਬਾਰੇ ਸਾਨੂੰ ਨਹੀਂ ਪਤਾ ਕਿ ਅਸੀਂ ਪਰਮੇਸ਼ਰ ਨੂੰ ਨਾ ਤਾਂ ਅਸੀਂ ਵੇਖਦੇ ਹਾਂ ਤੇ ਨਾ ਹੀ ਅਸੀਂ ਉਹਨੂੰ ਜਾਣਦੇ ਹਾਂ। ਇਸ ਲਈ ਪਰਮੇਸ਼ਰ ਅਸੀਂ ਕਿੱਦਾਂ ਸਮਝੀਏ, ਸਾਡੇ ਮਨ ਦੇ ਵਿੱਚ ਜਾਂ ਸਾਡੇ ਮਨੁੱਖ ਦਿਮਾਗ ਦੇ ਵਿੱਚੋਂ ਨਹੀਂ ਆਉਂਦਾ। ਇਸ ਲਈ ਮੈਂ ਲਿਖਿਆ ਪਰਮੇਸ਼ਰ ਕੀ ਹੈ। ਇਹ ਪਹਿਲਾ ਪ੍ਰਸ਼ਨ ਹੈ ਜੋ ਪਰਮੇਸ਼ਰ ਨੂੰ ਜਾਣਨਾ ਤੇ ਸਮਝਣਾ ਹੈ। ਸੋ ਬਾਈਬਲ ਇਸ ਦੇ ਬਾਰੇ ਕੀ ਉੱਤਰ ਦਿੰਦੀ ਹੈ? ਪਰਮੇਸ਼ਰ ਦਾ ਵਚਨ ਇਸ ਦੇ ਬਾਰੇ ਕੀ ਉੱਤਰ ਦਿੰਦਾ ਹੈ? ਯਹੋਨਾ ਦੀ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ, ਯਹੋਨਾ ਦੀ ਇੰਜੀਲ ਜਦੋਂ ਅਸੀਂ ਪੜ੍ਹਦੇ ਹਾਂ, ਉਹਦੇ 4 ਅਧਿਆਏ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਇਹ ਸ਼ਬਦ, ਇਹ ਵਚਨ ਇਸਤੇਮਾਲ ਕੀਤਾ ਗਿਆ। ਸੋ ਕੀ ਲਿਖਿਆ ਹੈ? ਪਰਮੇਸ਼ਰ ਆਤਮਾ ਹੈ। ਸੋ ਯੀਸ਼ੂ ਮਸੀਹ ਨੇ ਸਾਮਰੀ ਇਸਤਰੀ ਨੂੰ ਦੱਸਦੇ ਹੋਏ ਆਖਿਆ ਕਿ ਪਰਮੇਸ਼ਰ ਆਤਮਾ ਹੈ। ਸੋ
ਅਸੀਂ ਸਮਝ ਗਏ ਹਾਂ ਕਿ ਅਸੀਂ किस ਹੁਣ जिस शख्सियत की ਅਸੀਂ गल कर रहे हैं वो आत्मा है। इसलिए मेरे भैनों भरावो सानू वो नज़र नहीं आता। जब तक वो अपना रहम साडे ते ना करे, जब तक वो सानू अपने किरपा दे नाल सानू देखने की ताकत ना दे, तब तक असी परमेश्वर वेख नहीं सकते। सो क्यों? क्योंकि परमेश्वर आत्मा है मेरे प्रियो। हुण जब परमेश्वर आत्मा है तो तुसी समझ गए होंगे ऐसी उसकी आराधना, ऐसी उसकी प्रार्थना, ऐसी उसकी पूजा, ऐसी उसके प्रति आस्था किस तरह रखनी है। सो आओ असी इसनूं अगे वधाने हैं, कुछ उदाहरणों के नाल इसनूं असीं समझांगे। पवित्र बाइबल दे विच सब तो पहला परमेश्वर के आत्मा होने का जिहड़ा असीं सिस्टम असीं देखते हैं वो है अदन की बाटिका, जिथे तुहाडे और मेरे पूर्वज आदम नूं बनाया गया सी। सो जो असीं उत्पत्ति 3 अध्याय उहदी 8 तो 10 आयत का अध्ययन करते हैं तो सानूं पता लगता है कि उत्थे वाक्यांश की होया, उत्थे घटना की हुई। सो आदम ते हवा जब पाप कर गए तो तद वो परमेश्वर के कोलों लुक गए। तो 8 आयत विच लिखा है, तो उन्होंने यहोवा परमेश्वर की आवाज़ सुनी जब वो बाग विच ठंडे वेले फिरदा सी, अते उस मर्द अते उहदी तीवी ने बाग के दरख्तां दे विचकार यहोवा परमेश्वर के सामने अपने आप नूं लुका लिया। सो तुसीं इस वाक्यांश नूं पढ़िया कि आदम अते हवा ने पाप किया अते दरख्तां दे विचकार लुक गए अते परमेश्वर ठंडे शाम के समय उन्होंने कोल उन्हां नूं मिलन आया। 9 आयत में असीं इसनूं गौर करना तुसीं, तद यहोवा परमेश्वर ने आदमी नूं पुकार के आख्या कि तू कित्थे है। 10 आयत में वो लिखता है, उसने आख्या, आदम ने आख्या कि असी तेरी आवाज़ बाग विच सुन के मैं डर गया, क्यों जो मैं नंगा हाँ, सो मैं अपने आप नूं लुकाया। सो प्रियो परमेश्वर के वचन च साफ लिखा है, आदम अते हवा ने परमेश्वर के आन की आवाज़, उहदे चलन की आहट नूं सुनिया अते पहचान लिया कि परमेश्वर उन्हां दे विचकार आ चुका है। सो प्रियो ये उदाहरण है। दूसरी उदाहरण असीं देखते हैं व्यवस्था की किताब, उहदा 4 अध्याय उहदी 9 तो 12 आयत। जब तुसीं इस वाक्यांश नूं पढ़ोगे ये बहुत ही परफेक्ट वाक्यांश है जिथे सानूं समझ लगती है। जब जे तुसीं पवित्र बाइबल नूं जानते हैं तो पवित्र बाइबल विच परमेश्वर ने इजरायलियां नूं 10 नियम दिते सी। वो 10 नियम परमेश्वर ने खुद अपने हत्थां दे द्वारा लिखे हुए सी। सो वो नियम जिहड़े आ उसने पर्वत दे उत्ते परमेश्वर ने मूसा नूं दिते सी। सो वो वाक्यांश इस प्रकार है, जब परमेश्वर अपने लोगों के विचकार उत्थे पर्वत के उत्ते उतरिया तो सो मैं तुहाडे सामने उस वचन पढ़ांगा। 11 आयत में पढ़ांगा, तां तुसीं नेड़े आण के पर्वत के हेठां खलोगे अते वो पहाड़ आकाश के विचाले तिक अग नाल बलदा सी, नाले हनेरा बदल अते कालियां घटा सन। यहोवा अग दे विचों दी तुहाडे नाल बोलिया, तुसां उहदे शब्द की आवाज़ तां सुनी पर कोई स्वरूप ना वेखिया, निरी आवाज़ ही सुनी। प्रियो तुसीं घर बैठ के इस जिन्हां कोल बाइबल है वो बाइबल दे विचों पढ़ सकता है, जिन्हां दे कोल बाइबल नहीं है वो कृपा करके मोबाइल दे विच बाइबल डाउनलोड करके पढ़न अते इस सच्चाई नूं जो मैं तुहाडे सामने लिया रहा हाँ कि परमेश्वर की है, असीं उसनूं किस तरह पहचान सकते हैं। जब असीं उसनूं पहचानांगे तो उसकी आराधना उसकी पूजा भी सही तरीके नाल कर पावांगे। सो जब इत्थे प्रियो परमेश्वर पहाड़ उत्ते उतरिया तो परमेश्वर के वचन साफ लिखा है कि उन्होंने केवल परमेश्वर के शब्द सुने, आवाज़ सुनी, गलबात उहदी सुनी, परंतु उन्होंने कोई स्वरूप, कोई इमेज, कोई पिक्चर नहीं देखी, कोई भी ऐसा चीज़ नहीं देखी कि जिस तरह द्वारा असीं परमेश्वर को बिगाड़ देंगे या परमेश्वर की महानता को बदल के पत्थर लकड़ या किसी होर हस्ती के बदल के रख देंगे। सो तीसरी उदाहरण असीं देखते हैं अयूब की किताब। एक ये उदाहरण भी बहुत मैनू बहुत अच्छी लगती है। जो तुसीं अयूब की किताब उहदा 4 अध्याय उहदी 15 तो 17 आयत विच पढ़ते हो, अयूब के दोस्त अलीफज तैमानी का उत्तर है। अलीफज तैमानी की आखदा है, एक रूह मेरे मुँह की अगों की लंघदी है, मेरे पिंडे की लूह खड़ी हो जाती है, वो खलो गई, वो आत्मा खलो गई पर मैं उसकी शक्ल पहचान ना सकिया, कोई रूप मेरिया अखां दे अगे सी, खामोशी सी, फिर एक आवाज़ मैं सुनी। ठीक है प्रियो तुसीं इसनूं ध्यान नाल पढ़ियो। लिखा है कि मनुख परमेश्वर नाल धर्मी है जां पुरख अपने करतार नालों पाक है।
अलीफज तैमानी एक स्वप्न देख रहा है और स्वप्न ਦੇ ਵਿੱਚ ਪਰਮੇਸ਼ਰ ਨੇ ਆਪਣੇ ਆਪ ਨੂੰ ਉਹਦੇ ਤੇ ਜ਼ਾਹਿਰ ਕੀਤਾ ਔਰ ਜ਼ਾਹਿਰ ਕਰਕੇ ਕੀ ਉਹ ਦੱਸ ਰਿਹਾ ਕਿ ਮੈਂ ਇੱਕ ਆਤਮਾ ਨੂੰ ਵੇਖਿਆ ਹੈ। ਪ੍ਰਿਯੋ, ਆਤਮਾ ਜਿਸ ਤਰ੍ਹਾਂ ਤੁਸੀਂ ਚਾਨਣ ਦੇ ਵਿੱਚ ਆਪਣੀ ਪਰਛਾਈ ਨੂੰ ਵੇਖਦੇ ਆਪਣੇ ਸਰੀਰ ਨੂੰ, ਇੱਕ ਪਰਛਾਈ ਵੇਖੀ ਹੈ, ਕੋਈ ਤਸਵੀਰ ਜਾਂ ਕੋਈ ਐਸਾ ਖਾਸ ਇਮੇਜ ਜਾਂ ਸਰੂਪ ਨਹੀਂ ਦੇਖਿਆ ਹੈਗਾ ਕਿ ਅਸੀਂ ਪਰਮੇਸ਼ਰ ਨੂੰ ਉਹਦੇ ਦੀ ਮਹਾਨਤਾ ਨੂੰ ਵਿਗਾੜ ਕੇ ਰੱਖ ਦਈਏ। ਸੋ ਚੌਥੀ ਉਦਾਹਰਨ ਅਯੂਬ ਖੁਦ ਦਿੰਦਾ ਹੈ। ਜਦ 9 ਅਧਿਆਇ ਦੇ ਵਿੱਚ ਅਸੀਂ ਇਸ ਨੂੰ ਪੜ੍ਹਦੇ ਹਾਂ, 11 ਆਇਤ ਵਿੱਚ ਲਿਖਿਆ ਹੈ ਅਸੀਂ ਜੋ 10 ਨੂੰ ਲਿਖਿਆ ਹੈ, ਵੇਖੋ ਉਹ ਮੇਰੇ ਕੋਲੋਂ ਦੀ ਲੰਘ ਜਾਂਦਾ ਹੈ ਪਰ ਮੈਂ ਉਹਨੂੰ ਵੇਖਦਾ ਨਹੀਂ, ਉਹ ਅੱਗੇ ਚੱਲਦਾ ਹੈ ਪਰ ਮੈਂ ਉਹਨੂੰ ਪਹਿਚਾਨਦਾ ਨਹੀਂ। ਸੋ ਅਯੂਬ ਦੀ ਪਰਮੇਸ਼ਰ ਦੇ ਬਾਰੇ ਇਸ ਪ੍ਰਕਾਰ ਕਹਿੰਦਾ ਹੈ ਕਿ ਪਰਮੇਸ਼ਰ ਮੇਰੇ ਸਾਹਮਣੇ ਹੈ, ਉਹ ਮੇਰੇ ਅੱਗੇ ਅੱਗੇ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਸਭ ਜਣੇ ਪਰਮੇਸ਼ਰ ਸਾਡੇ ਨਾਲ ਹੈ, ਇਸੇ ਪਰ ਅਯੂਬ ਵੀ ਆਖਦਾ ਕਿ ਪਰਮੇਸ਼ਰ ਮੇਰੇ ਨਾਲ ਹੈ ਪਰੰਤੂ ਮੈਂ ਉਸ ਨੂੰ ਵੇਖਦਾ ਨਹੀਂ ਤੇ ਨਾ ਹੀ ਉਸ ਨੂੰ ਪਹਿਚਾਨਦਾ। ਸੋ ਸੱਚ ਹੈ ਕਿ ਪਵਿੱਤਰ ਬਾਈਬਲ ਦੇ ਅਨੁਸਾਰ ਅਸੀਂ ਪਰਮੇਸ਼ਰ ਨੂੰ ਵਾਕਈ ਹੀ ਨਹੀਂ ਦੇਖ ਸਕਦੇ, ਨਹੀਂ ਪਹਿਚਾਨ ਸਕਦੇ ਜਦ ਤੱਕ ਉਹ ਆਪਣੀ ਕਿਰਪਾ ਸਾਡੇ ਉੱਤੇ ਜ਼ਾਹਿਰ ਨਾ ਕਰੇ, ਜਦ ਤੱਕ ਉਹ ਆਪਣੀ ਕਿਰਪਾ ਦੁਆਰਾ ਸਾਨੂੰ ਆਪਣੇ ਆਪ ਨੂੰ ਸਾਡੇ ਉੱਤੇ ਜ਼ਾਹਿਰ ਨਾ ਕਰੇ ਅਸੀਂ ਪਰਮੇਸ਼ਰ ਨੂੰ ਨਹੀਂ ਦੇਖ ਸਕਦੇ। ਕਿਉਂਕਿ ਪ੍ਰਿਯੋ, ਪਰਮੇਸ਼ਰ ਦਾ ਵਚਨ ਕਹਿੰਦਾ ਪਰਮੇਸ਼ਰ ਆਤਮਾ ਹੈ। ਸੋ ਆਓ ਅਸੀਂ ਦੂਸਰੇ ਪ੍ਰਸ਼ਨ ਦੇ ਵੱਲ ਚੱਲਾਂਗੇ। ਤੁਸੀਂ ਪੜ੍ਹ ਰਹੇ ਹੋ ਪਰਮੇਸ਼ਰ ਕੌਣ ਹੈ। ਜਦ ਪ੍ਰਿਯੋ ਸਾਨੂੰ ਇਹ ਪਤਾ ਲੱਗ ਗਿਆ ਕਿ ਪਰਮੇਸ਼ਰ ਆਤਮਾ ਹੈ ਤੇ ਅਗਲਾ ਸਵਾਲ ਆਉਂਦਾ ਫਿਰ ਉਹ ਕੌਣ ਹੈ। ਹਰ ਆਤਮਾ ਹੈ ਤੇ ਉਹਦੀ ਨਾਮ ਵੀ, ਉਹਦਾ ਪਹਿਚਾਨ ਵੀ ਹੋਣੀ ਚਾਹੀਦੀ ਹੈ। ਸੋ ਕੌਣ ਸ਼ਬਦ ਜਿਹੜਾ ਹੁੰਦਾ ਹੈ ਉਹ ਸਾਡੇ ਨਾਮ ਦੇ ਨਾਲ ਸੰਬੰਧਿਤ ਹੁੰਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਇਹ ਟੀਵੀ ਹੈ। ਕਿਉਂ ਪਤਾ? ਕਿਉਂਕਿ ਸਾਨੂੰ ਇਹਦੀ ਜਾਣਕਾਰੀ ਤੇ ਨੌਲੇਜ ਹੈ। ਜਦ ਮੈਂ ਕਹੂੰਗਾ ਇਹ ਕੀ ਹੈ, ਬੱਚੇ ਪੁੱਛਦੇ ਕੀ ਹੈ, ਅਸੀਂ ਕਹਿੰਦੇ ਟੀਵੀ ਹੈ ਕਿਉਂਕਿ ਸਾਨੂੰ ਪਤਾ ਹੈ। ਜਦ ਅਸੀਂ ਪਰਮੇਸ਼ਰ ਦੇਖ ਲਿਆ ਕਿ ਉਹ ਆਤਮਾ ਹੈ ਤੇ ਹੁਣ ਜਦ ਪਰਮੇਸ਼ਰ ਦਾ ਵਚਨ ਕਹਿ ਰਿਹਾ ਕਿ ਪਰਮੇਸ਼ਰ ਆਤਮਾ ਹੈ ਤੇ ਅੱਗੇ ਪਰਮੇਸ਼ਰ ਦਾ ਵਚਨ ਉਸ ਦੇ ਬਾਰੇ ਹੋਰ ਵੀ ਕੁਝ ਦੱਸਦਾ ਹੈ। ਪ੍ਰਿਯੋ, ਬਾਈਬਲ ਦੇ ਵਿੱਚ ਸਭ ਤੋਂ ਵਧੀਆ ਅਤੇ ਅੱਛੀ ਉਦਾਹਰਨ ਮੈਨੂੰ ਕਹਾਵਤਾਂ ਦੀ ਕਿਤਾਬ ਲੱਗਦੀ ਹੈ। ਜਦ ਮੈਂ ਕਹਾਵਤਾਂ ਦੀ ਕਿਤਾਬ ਜੋ 30:4 ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਜਦ ਇਸ ਨੂੰ ਮੈਂ ਵੇਖਦਾ ਹਾਂ ਤਾਂ ਮੈਂ ਬਹੁਤ ਆਪਣੇ ਆਪ ਵਿੱਚ ਖੁਸ਼ ਤੇ ਮਗਨ ਹੋ ਜਾਣਾ ਕਿ ਪਰਮੇਸ਼ਰ ਦੀ ਪਹਿਚਾਨ ਅਤੇ ਪਰਮੇਸ਼ਰ ਕੌਣ ਹੈ ਕਰਕੇ ਸਾਡੇ ਸਾਹਮਣੇ ਹੈ। ਪ੍ਰਿਯੋ, ਮਨੁੱਖ ਦੇ ਦੁਆਰਾ ਨਹੀਂ ਹੈ ਕਿ ਪਰਮੇਸ਼ਰ ਦਾ ਕੋਈ ਨਾਮ ਹੋਣਾ ਚਾਹੀਦਾ। ਪ੍ਰਿਯੋ, ਪਰਮੇਸ਼ਰ ਦਾ ਵਚਨ, ਪਰਮੇਸ਼ਰ ਦਾ ਉਪਾਏ ਦਿੱਤਾ ਹੋਇਆ ਜਿਹੜਾ ਪਰਮੇਸ਼ਰ ਦਾ ਵਚਨ ਸਾਡੇ ਤੱਕ ਖੁਦ ਆਪਣੇ ਆਪ ਨੂੰ ਸਾਬਿਤ ਕਰਦਾ ਹੈ। ਕੀ ਸਾਬਿਤ ਕਰਦਾ ਹੈ? ਕਹਾਵਤਾਂ ਦੀ 30:4 ਵਿੱਚ ਕੀ ਲਿਖਿਆ ਹੈ? ਆਕਾਸ਼ ਉੱਤੇ ਕੌਣ ਚੜੇ ਅਤੇ ਫਿਰ ਹੇਠਾਂ ਉਤਰੇ, ਕਿਹਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ, ਕਿਹਨੇ ਪਾਣੀ ਨੂੰ ਚਾਦਰ ਵਿੱਚ ਬੰਨਿਆ, ਕਿਹਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ। ਇਹ ਇਨਸਾਨ ਦਾ ਇੱਕ ਪ੍ਰਸ਼ਨ ਹੈ। ਇਨਸਾਨ ਪ੍ਰਸ਼ਨ ਕਰ ਰਿਹਾ ਕਿ ਉਹ ਕੀ ਕਹਿ ਰਿਹਾ, ਉਹਦਾ ਕੀ ਨਾਮ ਹੈ ਅਤੇ ਉਹਦੇ ਪੁੱਤਰ ਦਾ ਕੀ ਨਾਮ ਹੈ, ਜੇ ਤੂੰ ਜਾਣਦਾ ਹੈ ਤਾਂ ਸਾਨੂੰ ਦੱਸ। ਸੋ ਪ੍ਰਿਯੋ, ਇੱਥੇ ਇੱਕ ਪੁਰਸ਼ ਹੈ ਜੋ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਉਹ ਅਗਲੇ ਲੋਕਾਂ ਨੂੰ ਪ੍ਰਸ਼ਨ ਕਰਦਾ ਪਿਆ ਹੈ ਕਿ ਜੋ ਇਹ ਸਾਰੇ ਅਦਭੁਤ ਤੇ ਵੱਡੇ ਕੰਮ ਕਰਦਾ ਪਿਆ ਹੈ ਉਹਦਾ ਕੀ ਨਾਮ ਹੈ। ਇਹ ਹੈਰਤ ਵਾਲੀ ਗੱਲ ਤਾਂ ਲੱਗਦੀ ਹੈ, ਪਰੰਤੂ ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ ਤੇ ਸਾਨੂੰ ਬਿਲਕੁਲ ਹੈਰਤ ਨਹੀਂ ਹੁੰਦੀ, ਸਾਨੂੰ ਸਗੋਂ ਗਿਆਨ ਅਤੇ ਸਮਝ ਹੁੰਦੀ ਹੈ ਕਿ ਹਾਂ ਪਰਮੇਸ਼ਰ ਜੇ ਹੈ ਤੇ ਉਹਦਾ ਨਾਮ ਵੀ ਜ਼ਰੂਰ ਹੋਣਾ ਚਾਹੀਦਾ। ਸੋ ਇਹ ਸੱਚ ਹੈ, ਜੇ ਪਰਮੇਸ਼ਰ ਹੈ ਤੇ ਉਹਦਾ ਨਾਮ ਵੀ ਹੈ। ਸੋ ਕੀ ਲਿਖਿਆ ਹੈ ਤੁਸੀਂ ਰੈੱਡ ਕਲਰ ਦੇ ਵਿੱਚ ਦੇਖਦੇ ਹੋ, ਯਹੋਵਾ ਪਰਮੇਸ਼ਰ। ਇਹ ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਰ ਜੋ ਆਤਮਾ ਹੈ ਤੇ ਉਸ ਪਰਮੇਸ਼ਰ ਦਾ ਨਾਮ ਯਹੋਵਾ ਹੈ। ਸੋ ਇਹ ਇੱਕ ਇਬਰਾਨੀ ਭਾਸ਼ਾ ਵਿੱਚ ਇਸ ਨੂੰ ਯਾਹਵੇ ਕਹਿੰਦੇ ਨੇ। ਸੋ ਆਓ ਅਸੀਂ ਕੁਝ ਉਦਾਹਰਨਾਂ ਦੇਖਾਂਗੇ। ਸੋ ਯਾਹਵੇ ਜਿਹੜਾ ਸ਼ਬਦ ਹੈ, ਯਹੋਵਾ ਜਿਹੜਾ ਸ਼ਬਦ ਹੈ, ਉਤਪਤੀ ਦੀ ਕਿਤਾਬ ਉਹਦੇ ਦੂਸਰੇ ਅਧਿਆਇ ਦੇ ਵਿੱਚ 4 ਆਇਤ ਵਿੱਚ ਪਹਿਲੀ ਵਾਰ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਅਸੀਂ ਦੂਸਰਾ ਅਧਿਆਇ ਪੜ੍ਹਦੇ ਹਾਂ ਉਹਦੀ 4 ਆਇਤ ਦੇ ਵਿੱਚ, ਇਹ ਆਕਾਸ਼ ਅਤੇ ਧਰਤੀ ਦੀ ਪੈਦਾਇਸ਼ ਦਾ ਆਰੰਭ ਹੈ ਜਦੋਂ ਉਹ ਉਤਪੰਨ ਹੋਏ, ਜਿਸ ਦਿਨ ਯਹੋਵਾ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਇੱਥੇ ਲਿਖਿਆ ਹੈ ਹੁਣ ਪਰਮੇਸ਼ਰ ਦੇ ਨਾਲ ਕੀ ਆ ਗਿਆ? ਯਹੋਵਾ। ਇਹਦਾ ਮਤਲਬ ਕੀ ਹੋਇਆ? ਪਰਮੇਸ਼ਰ ਵਾਕਈ ਹੀ ਇੱਕ ਪਹਿਚਾਨ ਹੈ, ਇੱਕ ਇੰਡੀਕੇਟ, ਇੱਕ ਇਸ਼ਾਰਾ ਹੈ ਜਿਸ ਸ਼ਖਸੀਅਤ, ਜਿਸ ਪਰਸਨੈਲਿਟੀ ਦੀ ਅਸੀਂ ਗੱਲ ਕਰਦੇ ਹਾਂ। ਤੇ ਪਵਿੱਤਰ ਬਾਈਬਲ ਦੱਸਦੀ ਹੈ ਯਹੋਵਾ ਪਰਮੇਸ਼ਰ ਨੇ ਕੀ ਕੀਤਾ ਵਾ? ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ। ਸੋ ਆਓ ਅਸੀਂ ਅੱਗੇ ਇਸ ਨੂੰ ਦੇਖਦੇ ਹਾਂ। ਕੂਚ ਦੀ ਕਿਤਾਬ ਉਹਦੀ 6 ਅਧਿਆਏ ਨੂੰ ਜਦ ਅਸੀਂ ਪੜ੍ਹਦੇ ਹਾਂ ਉਹਦੀ 2 ਅਤੇ 3 ਆਇਤ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ,
फिर परमेश्वर ने मूसा नाल गल कीती और उसनू आख्या मैं यहोवा हाँ। परमेश्वर की कह रहा जब जो बाइबल में जानते हैं किस तरह परमेश्वर मूसा उत्ते जाहिर होया वो सबनों पता है। तो परमेश्वर मूसा नाल दोबारा फिर गल करता है तो आखदा है मैं कि यहोवा हाँ, मैं अब्राहम इसहाक और याकूब नू सर्वशक्ति परमेश्वर के नाम उत्ते दर्शन दिता, पर मैं अपना यहोवा नाम नाल उन्हां ते प्रगट नहीं होया। सो इत्थे परमेश्वर खुद अयूब नू मूसा नू दस रहा वा कि मैं कौन हाँ। ये वार्ता क्यों लिखी है, आओ इसनू असीं होर तरीके नाल समझांगे। जद मूसा अते परमेश्वर की आपस में पहला एनकाउंटर हुंदा है, पहला आमना सामना हुंदा है। सो किस प्रकार लिखा है, जो तुसीं कूच की किताब 3 अध्याय की 13 तो लैके 15 तक पढ़ोगे। फिर मूसा ने परमेश्वर को आख्या वेख जद मैं इजरायलियों को जावांगा और उन्होंने आखांगा भाई तुहाडे प्यो दादा दे परमेश्वर ने मैनू तुहाडे कोल घल्लिया है, तो वो मैनू आखणगे भाई उसका नाम की है, तो मैं उन्होंने की दसांगा। सो प्रियो अज का इंसान नहीं, शुरुआत तो ही इंसान परमेश्वर के नाम को जानना चाहता वा। सो पवित्र बाइबल परमेश्वर का असीं धन्नवाद करते हैं कि उन्हें अपने नबियों द्वारा अपना नाम साडे ते जाहिर किया। सो अगे असीं देखते हैं, परमेश्वर ने मूसा नू आख्या मैं हाँ जो मैं हाँ, मैं होवांगा मैं जो होवांगा, मैं हाँ मैं जो करना चाहना हाँ मैं सो करांगा। ये कई अर्थ ने, यानी कई अर्थ मतलब इसनू कई तरीके नाल समझा जा सकता है। किस तरह मतलब मैं हाँ जो मैं हाँ, परमेश्वर नू जवाब दे रहा कि मैं कौन हाँ तेनू पता, मैं जो हाँ सो मैं हाँ। अगे की लिखदा वा अते तू इजरायलियां नू इउं आखी कि मैं हाँ नामी ने मैनू तुहाडे कोल घल्लिया है। सो पर मूसा परमेश्वर नाल फिर गल करदा है। परमेश्वर ने मूसा नू होर ये आख्या तू इजरायलियां नू इउं आखी कि यहोवा तुहाडे प्यो दादियां दे परमेश्वर, अब्राहम दे परमेश्वर, इसहाक दे परमेश्वर और याकूब दे परमेश्वर ने मैनू तुहाडे कोल घल्लिया है। सो इत्थे प्रियो परमेश्वर खुल के गल कर रहा है। हुण वो अपना नाम दसना चाह रहा है जो असीं पढ़ते आ रहे हैं। की कह रहा है, सदीपक काल तो मेरा एयो ही नाम है, पीढ़ियों पीढ़ी मेरी एयो ही यादगरी है। सो पवित्र वचन दे विच की लिखा है कि परमेश्वर जो दस रहा है कि मेरा नाम यहोवा है, वो आख रहा सदीपक काल तो, जद तो भी वो है, जद तो भी वो है ते वो रहेगा, तद तो ही ओदा एक नाम है। जब तो उन्हें अपने आप को जाहिर किया है, उन्हें शुरुआत तो ही जाहिर किया कि मैं यहोवा हाँ। पर मूसा भगत जिहड़ा परमेश्वर का होया उन्हें उहदे तो पूछ लिया कि तेरा की नाम है। इसका मतलब ये नहीं कि पहले जिहड़े इंसान से यहोवा का नाम नहीं जानते सी। बाइबल सानूं दसदी है यहोवा कई बार इस्तेमाल किया गया वा, वो सारे जानते सी। आदम का तीसरा बेटा भी यहोवा के नाम को जानते सी, ये सारे जानते सी, आदम भी जानता सी, परंतु परमेश्वर ने अपने आप की पहचान करा रहा वा। असीं पहला ही वीडियो स्टार्ट करने तो पहले ही तुहानूं दस्सिया सी कि असीं जिस परसनैलिटी की गल करन जा रहे हो वो साडे दिमाग तो बाहर है। उहदे दिते उपाय अते उहदे पवित्र वचनां के अनुसार ही असीं उहनूं समझ सकते हैं। जदों असीं इन्हां वचनां नूं ध्यान नाल पढ़दे हां तो सानूं पता लगता है कि परमेश्वर की है अते परमेश्वर कौन है। मैं विश्वास करता हाँ कि तुसी इन्हां वचनां नाल आशीषित होए होंगे। जो स्क्रीन पर तुसी देख रहे हो घर बैठ के इन्हां नूं बाइबल दे विचों जरूर पढ़ना है, तां जो प्रियो ये सच्चाई तुहाडे ते जाहिर होवे, तुहानूं पता लगे कि परमेश्वर का नाम की है। वो परमेश्वर जिसने धरती आकाश बनाया, उसने अपना नाम मूसा दे उत्ते अपने लोगों के उत्ते जाहिर किया, वो सी यहोवा। सो असीं इसनूं याद रखना है तो कभी भी किसी के भरमावे विच नहीं पैना है। प्रभु आप सब जी नूं बरकत देवे, परमेश्वर आप सब जी नूं आशीष देवे। सब नूं जय मसीह।